ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗੇ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ, ਦਿਸਨ ਸਭੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਵਣ ਤਿਨ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ। ਹਰ ਮਿਲਣੇ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਹਾਰ। ਨਾਨਕ ਹਰ ਜੀ ਮਾਇਆ ਕਰ, ਸਬਦ ਸਵਾਰਣ ਹਾਰ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਸਾਡੇ ਦੇਸ਼ ਦੇ ਵਿੱਚ ਸਾਵਣ ਦਾ ਮਹੀਨਾ ਖਾਸ ਮਹੱਤਵ ਰੱਖਦਾ ਹੈ। ਕਿਸਾਨਾਂ ਲਈ, ਰਸਕ ਪੁਰਸ਼ਾਂ ਲਈ, ਕਵੀਆਂ ਲਈ, ਦਾਰਸ਼ਨਿਕ ਫਿਲਾਸਫਰਾਂ ਲਈ, ਸੰਤ ਤੇ ਮਹਾਤਮਾ ਮਹਾਪੁਰਸ਼ਾਂ ਲਈ। ਵੈਸੇ ਵੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਨਾਨਕ ਸਾਵਣ ਜੇ ਵਸੇ, ਚੌ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ, ਰਸੀਆਂ ਘਰ ਧਨ ਹੋਏ। ਸਾਵਣ ਦੀ ਬਰਖਾ ਦੇ ਨਾਲ ਖੁੱਡਾਂ ਵਿੱਚ ਪਏ ਕਈ ਮਹੀਨਿਆਂ ਦੇ ਸੱਪ ਬਾਹਰ ਆ ਜਾਂਦੇ ਨੇ। ਮਾਨੋ ਉਹਨਾਂ ਲਈ ਸਾਵਣ ਦੀ ਬਰਖਾ ਇੱਕ ਦੌਲਤ ਦੀ ਬਰਖਾ ਹੈ, ਆਨੰਦ ਤੇ ਰਸ ਦੀ ਬਰਖਾ। ਫਿਰ ਮੱਛੀਆਂ, ਛੋਟੇ ਛੋਟੇ ਜੌੜ, ਸਰੋਵਰ, ਤਲਾਬ, ਜਿਨ੍ਹਾਂ ਦਾ ਪਾਣੀ ਥੋੜਾ ਰਹਿ ਗਿਆ ਸੀ, ਔਰ ਉਸ ਥੋੜੇ ਜਿਹਾ ਪਾਣੀ ਵਿੱਚ ਕਲੋਲ ਕਰਨਾ, ਉਪਜੀਵਕਾ ਲੱਭਣੀ ਔਰ ਵਿਚਰਨਾ ਜਿੱਥੇ ਮੱਛੀਆਂ ਲਈ ਔਖਾ ਹੋ ਗਿਆ ਸੀ, ਸਾਵਣ ਨੇ ਲਬਾਲਬ ਉਹ ਸਰੋਵਰ ਭਰ ਦਿੱਤੇ। ਮੱਛੀਆਂ ਦੀ ਦੁਨੀਆ 'ਚ ਖੇੜਾ ਹੋ ਗਿਆ। ਫਿਰ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਰਸਿਕ ਪੁਰਸ਼, ਸਾਵਣ ਦਾ ਮਹੀਨਾ ਉਹਨਾਂ ਦੀ ਜ਼ਿੰਦਗੀ 'ਚ ਉਮਾਦ ਤੇ ਉਮੰਗ ਪੈਦਾ ਕਰਦਾ ਹੈ। ਫਿਰ ਜਿਨ੍ਹਾਂ ਦੇ ਘਰ ਵਿੱਚ ਧਨ ਹੈ, ਪਰ ਸਾਹਿਬ ਕਹਿੰਦੇ ਨੇ ਸਾਵਣ ਦਾ ਕੁਛ ਇੱਕ ਵਿਯੋਗ ਵੀ ਹੈ। ਨਾਨਕ ਸਾਵਣ ਜੇ ਵਸੇ, ਚੌ ਵਿਛੋੜਾ ਹੋਏ। ਗਾਈ ਪੂਤਾ ਨਿਰਧਨਾ, ਪੰਥੀ ਚਾਕਰ ਹੋਏ। ਖੇਤੀਬਾੜੀ ਸਾਡੇ ਦੇਸ਼ ਦੇ ਵਿੱਚ ਬਲਦਾਂ ਦੇ ਆਸਰੇ ਤੇ ਹੁੰਦੀ ਹੈ ਔਰ ਬੜੇ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਹੈ। ਤੋ ਸਾਵਣ ਦੇ ਮਹੀਨੇ ਵਿੱਚ, ਬਰਖਾ ਵਿੱਚ ਬੈਲਾਂ ਨੂੰ ਹਲ ਚਲਾਉਣਾ ਪੈਂਦਾ ਹੈ। ਨਿਰਧਨ ਬੇਰੁਜ਼ਗਾਰ ਹੋ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ, ਪੰਥੀ ਕੋਈ ਰਸਤੇ 'ਚ ਚੱਲ ਰਿਹਾ ਹੈ, ਬਰਖਾ ਪੈ ਰਹੀ ਹੈ, ਉਹਦੇ ਕਦਮ ਰੁਕਦੇ ਨੇ। ਔਰ ਚਾਕਰ ਲਈ ਵੀ ਬਰਖਾ ਵਿੱਚ ਕੰਮ ਕਰਨਾ ਔਖਾ ਹੋ ਜਾਂਦਾ ਹੈ। ਲੇਕਿਨ ਬਰਖਾ, ਸਾਵਣ ਦਾ ਮਹੀਨਾ ਨਾਗਾਂ ਲਈ, ਮੱਛੀਆਂ ਲਈ, ਮਿਰਗਾਂ ਲਈ ਔਰ ਜਿਨ੍ਹਾਂ ਦੇ ਘਰ ਵਿੱਚ ਧਨ ਹੈ, ਸਾਹਿਬ ਕਹਿੰਦੇ ਨੇ ਉਮੰਗ ਪੈਦਾ ਕਰਦਾ ਹੈ, ਤਰੰਗ ਪੈਦਾ ਕਰਦਾ ਹੈ। ਨਾਨਕ ਸਾਵਣ ਜੇ ਵਸੇ, ਚੌ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਸਾਵਣ ਦਾ ਮਹੀਨਾ ਦਾਰਸ਼ਨਿਕ ਦੇ ਅੰਦਰ ਕਿਸੇ ਨਵੇਂ ਵਲਵਲਿਆਂ ਨੂੰ, ਉਮੰਗ ਨੂੰ, ਬਾਰੀਕੀਆਂ ਨੂੰ ਜਨਮ ਦਿੰਦਾ ਹੈ। ਕਵੀ ਦੇ ਅੰਦਰ ਕਵਿਤਾ ਪੁਗਣਨ ਲੱਗ ਪੈਂਦੀ ਹੈ। ਸੰਗੀਤਕਾਰ ਦੇ ਅੰਦਰ ਕੋਈ ਨਵੀਂ ਧੁਨਾਂ ਜਨਮ ਲੈਣ ਨੂੰ ਵਿਆਕੁਲ ਹੋ ਜਾਂਦੀਆਂ ਨੇ। ਇਹ ਮਹੀਨਾ ਆਪਣੇ ਆਪ ਵਿੱਚ ਐਸਾ ਮਹੱਤਵ ਰੱਖਦਾ ਹੈ ਕਿ ਪਾਣੀ ਦੀ ਬੂੰਦਾਂ ਪਈਆਂ, ਧਰਤੀ ਦੇ ਵਿੱਚ ਪਏ ਹੋਏ ਬੀਜ
ਬਾਹਰ ਹੁਣ ਪੁੰਗਰਨਾ ਚਾਹੁੰਦੇ ਨੇ, ਨਿਕਲਣਾ ਚਾਹੁੰਦੇ ਨੇ, ਤੋ ਸਿਰਫ ਧਰਤੀ ਦੇ ਹੀ ਬੀਜ ਕਿਉਂ? ਆਖਰ ਮਨੁੱਖ ਦਾ ਅੰਤਿਸ਼ਕਰਨ ਵੀ ਇੱਕ ਐਸੀ ਧਰਤੀ ਹੈ ਜਿਸ ਦੇ ਚ ਅਨੰਤ ਜਨਮਾਂ ਦੇ ਬੀਜ ਪਏ ਨੇ। ਬਾਹਰ ਦੀ ਇਸ ਬਰਖਾ ਤੋਂ ਮਨੁੱਖੀ ਹਿਰਦੇ ਵੀ ਪ੍ਰਭਾਵਿਤ ਹੁੰਦੇ ਨੇ, ਔਰ ਜਿੱਥੇ ਵੱਖ-ਵੱਖ ਸੁਭਾਅ ਦੇ ਮਨੁੱਖ ਪ੍ਰਭਾਵਿਤ ਹੁੰਦੇ ਨੇ, ਉੱਥੇ ਭਗਤ, ਧਾਰਮਿਕ, ਪ੍ਰਭੂ ਮਾਰਗ ਦੇ ਪਾਂਦੀ ਵੀ ਪ੍ਰਭਾਵਿਤ ਹੁੰਦੇ ਨੇ। ਔਰ ਜਿਸ ਢੰਗ ਦਾ ਉਹ ਪ੍ਰਭਾਵ ਉਹਨਾਂ ਦਾ ਹਿਰਦਾ ਕਬੂਲ ਕਰਦਾ ਹੈ, ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਦੇ ਰਾਹੀਂ ਉਸ ਦੀ ਰੂਪ ਰੇਖਾ ਇਨ ਚਿੱਤਰਦੇ ਨੇ। ਸਾਵਣ ਸਰਸੇ ਕਾਮਣੀ ਚਰਨ ਕਮਲ ਸਿੰਘ ਪਿਆਰ। ਸਾਵਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਵੀ ਭਿੱਜ ਗਈ। ਇਹਦੀ ਅੰਤਿਸ਼ਕਰਨ ਦੀ ਧਰਤੀ ਵੀ ਕੋਮਲ ਹੋ ਗਈ, ਵੱਤਰ ਪੈ ਗਿਆ। ਔਰ ਇਹ ਵੀ ਇੱਕ ਸਚਾਈ ਹੈ ਕਿ ਨਾਮ ਨੂੰ ਵੀ ਇੱਕ ਬੂੰਦ ਆਖਿਆ ਗਿਆ ਹੈ, ਪਰਮਾਤਮਾ ਦੇ ਸਿਮਰਨ ਨੂੰ ਵੀ ਕਣੀ ਆਖਿਆ ਗਿਆ ਹੈ। ਤਦੀ ਤੇ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਮਹਾਰਾਜ ਇਸ ਸਿਮਰਨ ਨੂੰ ਸਾਵਣ ਨਾਲ ਜੋ ਹੈ ਤਸ਼ਬੀਹ ਦਿੰਦੇ ਨੇ। ਆਪ ਦਾ ਇਹ ਬੜਾ ਸੁੰਦਰ ਫਰਮਾਨ, ਬਿਨ ਸਾਵਨ ਘਨ ਹਰ ਗਾਜੇ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੇ ਕੋਈ। ਮੇਰੇ ਹਿਰਦੇ ਰੂਪੀ ਆਕਾਸ਼ ਤੇ ਐਸੇ ਪਿਆਰ ਦੇ ਬੱਦਲ ਛਾਏ ਨੇ, ਸਿਮਰਨ ਦੀ ਬਰਖਾ ਹੋ ਗਈ ਹੈ, ਹਿਰਦਾ ਕੋਮਲ ਹੋ ਗਿਆ ਹੈ, ਹਿਰਦਾ ਸਰਸ ਗਿਆ ਹੈ। ਤੋ ਜੀਵ ਰੂਪੀ ਇਸਤਰੀ ਦੇ ਅੰਦਰ ਵੀ ਪ੍ਰਭੂ ਪਿਆਰ, ਪ੍ਰਭੂ ਦੀ ਲਗਨ ਪੈਦਾ ਹੋਈ। ਧਰਤੀ ਹਰਾ ਭਰਾ ਹੋਣਾ ਚਾਹੁੰਦੀ ਹੈ, ਇਸ ਅਭਿਆਸੀ ਦਾ ਹਿਰਦਾ ਵੀ ਹਰਾ ਭਰਾ ਹੋਣਾ ਚਾਹੁੰਦਾ ਹੈ। ਸਾਵਣ ਤੋਂ ਇਹ ਪ੍ਰੇਰਿਤ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਮਨ ਵਿੱਚ ਉਸ ਦੀ ਯਾਦ ਹੈ ਤੇ ਇਸ ਯਾਦ ਦੀ ਛਾਪ ਤਨ ਦੇ ਉੱਤੇ ਹੈ। ਇੰਜ ਮਨ ਤੇ ਤਨ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਹੈ। ਹੁਣ ਇੱਕ ਦੀ ਟੇਕ, ਇੱਕ ਦਾ ਹੀ ਆਸਰਾ, ਕੇਵਲ ਉਸ ਦੇ ਨਾਮ ਦਾ ਹੀ ਆਧਾਰ, ਔਰ ਇਸੇ ਹੀ ਆਧਾਰ ਦੇ ਨਾਲ ਜੀਵਨ ਬਤੀਤ ਕਰਨਾ ਜ਼ਿੰਦਗੀ ਦਾ ਲਕਸ਼ ਬਣ ਗਿਆ। ਕਿਉਂਕਿ ਇਹ ਸੂਝ ਪੈ ਗਈ ਹੈ, ਵਿਖਿਆ ਰੰਗ ਕੁੜਾਵਿਆ, ਦਿਸਨ ਸਭੇ ਛਾਰ। ਜੋ ਵਿਸ਼ਿਆਂ ਦੇ ਰੰਗ ਨੇ, ਵਿਕਾਰਾਂ ਦੇ ਰੰਗ ਨੇ, ਕੂੜੇ ਨੇ। ਸਵਾਹ ਹੁੰਦਿਆਂ ਦੇਰ ਨਹੀਂ ਲੱਗਦੀ, ਛਾਰ ਹੁੰਦਿਆਂ ਦੇਰ ਨਹੀਂ ਲੱਗਦੀ। ਦੇਖਦਿਆਂ ਦੇਖਦਿਆਂ ਇਹ ਰੰਗ, ਇਹ ਰਸ ਬਿਖਰ ਜਾਂਦੇ ਨੇ, ਛਿਨ ਭੰਗਰ ਹੋ ਜਾਂਦੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਸਤਸੰਗ ਇੱਕ ਐਸਾ ਵਾਤਾਵਰਣ ਹੈ ਜਿੱਥੇ ਸ਼ਬਦ ਰੂਪੀ ਬੱਦਲ ਬਰਸਦਾ ਹੈ ਸਾਧੂਆਂ ਦੇ ਮੁਖੋਂ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਰਮਾਤਮਾ ਦਾ ਨਾਮ ਅੰਮ੍ਰਿਤਮਈ ਬੂੰਦ ਹੈ, ਪਰ ਸਾਧੂਆਂ ਦੀ ਸੰਗਤ ਵਿੱਚ ਪੀਤਾ ਜਾ ਸਕਦਾ ਹੈ। ਸਤਸੰਗ ਵਿੱਚ ਬੈਠ ਕੇ ਇਸ ਬੂੰਦ ਦਾ ਆਨੰਦ ਮਾਣਿਆ ਜਾ ਸਕਦਾ ਹੈ, ਸਰਸ਼ਾਰ ਹੋਇਆ ਜਾ ਸਕਦਾ ਹੈ। ਵਣ ਤਿਣ ਪ੍ਰਭ ਸੰਗ ਮੌਲਿਆ, ਸਮਰਥ ਪੁਰਖ ਅਪਾਰ। ਉਹ ਪਰਿਪੂਰਨ ਪ੍ਰਮਾਤਮਾ ਅਪਾਰ ਹੈ, ਸਮਰਥ ਹੈ, ਵਿਆਪਕ ਹੈ। ਐਸਾ ਬਰਸਿਆ ਹੈ ਕਿ ਵਣ ਤਿਣ ਮੌਲਿਆ ਗਿਆ ਹੈ, ਹਰਾ ਭਰਾ ਹੋ ਗਿਆ ਹੈ। ਇਸੇ ਤਰੀਕੇ ਦੇ ਨਾਲ ਪਰਮਾਤਮਾ ਬਰਸਦਾ ਹੈ ਅਭਿਆਸੀ ਦੇ ਮਨ ਦੇ ਉੱਤੇ। ਉਹਦਾ ਰੋਮ ਰੋਮ ਖਿੜ ਉੱਠਦਾ ਹੈ, ਉਹਦੇ ਤਮਾਮ ਇੰਦਰੇ ਬਾਗ ਬਾਗ ਹੋ ਜਾਂਦੇ ਨੇ, ਉਹਦੇ ਕੰਨ ਸਰਸ਼ਾਰ ਹੋ ਜਾਂਦੇ ਨੇ ਪ੍ਰਭੂ ਨੂੰ ਸੁਣ ਕੇ। ਉਸ ਦੇ ਨੇਤਰ ਵਿਸ਼ਾਲ ਹੋ ਜਾਂਦੇ ਨੇ ਉਸ ਵਿਸ਼ਾਲ ਪਰਮਾਤਮਾ ਨੂੰ ਜੋ ਹੈ ਵੇਖ ਕੇ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਸਾਵਣ ਦੀ ਬਰਖਾ ਅਭਿਆਸੀ ਨੂੰ ਇੰਜ ਪ੍ਰੇਰਦੀ ਹੈ, ਮਨ ਲੋਚਦਾ ਹੈ ਪ੍ਰਭੂ ਮਿਲਣ ਨੂੰ, ਤੜਪਦਾ ਹੈ। ਬਰਸ ਰਿਹਾ ਸਾਵਣ, ਜਪ ਰਹੀ ਹੈ ਰਸਨਾ ਵਾਹਿਗੁਰੂ ਵਾਹਿਗੁਰੂ। ਇੰਜ ਚਿੰਤਨ ਜੋ ਹੈ ਚੱਲ ਰਿਹਾ ਹੈ, ਔਰ ਜਪਦਿਆਂ ਜਪਦਿਆਂ ਅੰਦਰ ਲਾਲਸਾ ਪੈਦਾ ਹੋ ਗਈ, ਲੋਚਾ ਪੈਦਾ ਹੋ ਗਈ, ਪ੍ਰਭੂ ਮਿਲੇ, ਈਸ਼ਵਰ ਮਿਲੇ। ਪਰ ਕਰਮ ਮਿਲਾਵਣ ਹਾਰ, ਪਰਮਾਤਮਾ ਦਾ ਮਿਲਾਪ ਤੇ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ, ਉਸ ਦੇ ਕਰਮ ਨਾਲ ਹੀ ਹੋ ਸਕਦਾ ਹੈ, ਉਸ ਦੀ ਰਹਿਮਤ ਨਾਲ ਹੋ ਸਕਦਾ ਹੈ।
जिनी सखिए प्रभ पाया हूं तिन कै सद बलहार। जिन्हां ने उस परिपूर्ण परमात्मा ਨੂੰ ਪ੍ਰਾਪਤ ਕੀਤਾ ਹੈ, ਮੈਂ ਉਹਨਾਂ ਜੀਵ ਇਸਤਰੀਆਂ ਤੋਂ ਸਦਕੇ ਜਾਨਾ, ਬਲਹਾਰਨੇ ਜਾਨਾ, ਕੁਰਬਾਨ ਜਾਨਾ, ਜਿਨ੍ਹਾਂ ਨੇ ਆਪਣਾ ਜੀਵਨ ਇਸ ਢੰਗ ਨਾਲ ਸਫਲ ਕਰ ਲਿਆ, परमात्मा की प्राप्ति कर ली। नानक हर जी मया कर सबद सवारनहार। हे हरि रहमत कर, बख्शिश कर। शब्द द्वारा जीवां नूं सवारण दा जो ये तू मौका दिता है, जिंदगी नूं सवारण दा जो तू एक अवसर दिता है, मेहर कर, बख्शिश कर। शब्द द्वारा असी भी अपनी जिंदगी संवार लईए, असी भी अपने जीवन नूं महान कर लईए। फिर सावण दा इंज उपदेश करते ने, सावण तिना सुहागणी जिन राम नाम उरहार। सावण दा महीना वास्तविक ते उन्हां लई सुहाग भरिया है, आनंद भरिया है, जिन्हां दे कंठ दे परमात्मा दे नाम दा हार है। क्योंकि कंठ ने ही जपना है ते कंठ दे च वाहिगुरू वाहिगुरू चल रहा है, तो साहिब कहते ते कंठ दे च हार पिया होया है राम दे नाम दा, परमात्मा दे नाम दा। तो ये हार जिन्हां दे गले दे च है, बस ओ शोभनीक ने, ओही सुहागणियां ने, ओही परमात्मा दे दर ते माण पाण वालियां ने। सावण दे महीने दा संदेश उपदेश धन गुरु अर्जन देव जी महाराज इस प्रकार देंदे ने। सावण सरस मना घण वरसे रुत आए, मैं मन तन सौभावे फिर परदेस सिधाए। फिर घर नहीं आवे मरिए हावे, दामन चमक डराए। सेज इकेली खरी दुहेली, मरण भया दुख माए। हर बिन नींद भूख को कैसी, कापड़ तन ना सुखावे। नानक सासो हागण कंती, फिर कै अंक समावे। धार्मिक जगत विच ऐसा देखिया गया है कि धर्म की परम शिखरता ते जो पुरुष पहुंचे ने, कई दफा उन्हां दे बोल नारी दे हो गए ने। और ऐसा भी देखण दे चाहे जद कोई इस्त्री धर्म की शिखरता नूं छू के परम आनंद प्राप्त करदी है, उहदे बोलां दे मर्दपणा झलकण लग पैंदा है। आम साधारण जगत नूं हैरानगी आउंदी है कि पुरुष होके बोल नारी दे, या नारी होके पुरुष बोल जो है पुरुष दे बोल मर्दां दे बोल, तो हैरानगी आउंदी है। दरअसल साहिब श्री गुरु नानक देव जी महाराज का एक बड़ा सुंदर वाक है, पुरख में नार नार में पुरखा, कौन विधे विध जाने। विधाते दी इस विधि नूं कौन जाने कि पुरुष दे अंदर नारी है और नारी दे अंदर पुरुष है। दरअसल मनुख दा ये शरीर माता पिता दे जोड़ तो आया है, तो शरीर दे कुछ मां दी अंश है, कुछ पिता दी अंश है। शरीर कुछ नारी है, कुछ पुरुष है। अगर तन दे ऐसी अंश है तो मन आखिर पंज तत्तां दी सूक्ष्म सतो अंश है। इस दे विच भी स्त्री ते पुरुष दे तत्व मौजूद ने। कोई मन पूर्ण रूप दे पुरुष मन नहीं है और कोई मन पूर्ण रूप दे नारी मन नहीं है। नारी इस वास्ते नारी हो सकी है कि उस दे स्त्री दे कण ज्यादा सन, पुरुष दे कण घट सन। ते पुरुष इस वास्ते पुरुष हो सके
ਕਿ ਉਹਦੇ ਅੰਦਰ ਪੁਰਸ਼ ਦੇ ਕਣ ਜ਼ਿਆਦਾ ਸਨ, ਨਾਰੀ ਦੇ ਘੱਟ ਸਨ। ਬਸ ਮਾਤਰਾ ਦਾ ਇਹ ਘਾਟ ਤੇ ਵਾਦ ਹੈ। ਨਾਰੀ ਇਸ ਵਾਸਤੇ ਨਾਰੀ ਹੈ, ਉਸ ਦੇ ਚ ਨਾਰੀ ਦੇ ਕਣ ਜ਼ਿਆਦਾ ਨੇ, ਪਰ ਉਸ ਦੇ ਚ ਵੀ ਪੁਰਸ਼ ਹੈ। ਔਰ ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਉਸ ਦੇ ਚ ਪੁਰਸ਼ ਕਣ ਜ਼ਿਆਦਾ ਨੇ, ਪਰ ਉਸ ਦੇ ਅੰਦਰ ਵੀ ਨਾਰੀ ਬੈਠੀ ਹੋਈ ਹੈ। ਜਦ ਕਦੀ ਅਧਿਆਤਮਕ ਗੁਣਾਂ ਦੀ ਤਰਫ ਜਾਈਏ ਤਾਂ ਅਧਿਆਤਮਕ ਗੁਣ ਵੀ ਇਸੇ ਤਰੀਕੇ ਨਾਲ ਵੰਡੇ ਪਏ ਨੇ। ਜੇ ਗਿਆਨ पुरुष है तो भावना नारी है। संतोख पुरुष है पर दया नारी है। जिथे सूरबीरता पुरुष है उत्थे शांति नारी है। ये जिहड़े दैवी गुण ने ये भी सारे दे सारे इस तरीके नाल ही जो है वंडे हुए ने। जद भी कोई पुरुष तन ते बहुत जिसदा मन पुरुषमई है, जद धर्म दी चरम सीमा नूं छूंदा है, परमात्मा तक अपड़दा है, तो उहदे बोल नारीमई हो जांदे ने। और कदी नारी ब्रह्म दी शिखरता तक पहुंचे तो उहदे बोलां दे च पुरुष जो है झलकण लग पैंदा है। ये इस वास्ते विचार सामने रखिए कि साहिब श्री गुरु नानक देव जी महाराज इन्हां पावन पवित्र वाकां दे अंदर जो बोल रहे ने ये नारी बोल ने, स्त्री दे बोल ने। दरअसल पुरुष पुरुष ते है ही, ये कण ते उस दे अंदर ज्यादा ने। नारी जो खामोश सी, जो सुती हुई सी, प्रभु चिंतन दे नाल जाग पई। पुरुष दे अंदर दया पैदा हो जाए, शांति पैदा हो जाए तो पुरुष मुकम्मल हो जाता है, क्योंकि उसके अंदर नारी गुण पैदा हो गए। पर जे नारी के अंदर सूरबीरता पैदा हो जाए, संतोख पैदा हो जाए, ज्ञान पैदा हो जाए तो उसके अंदरों भी पुरुष ने जन्म ले लिया है और वो पूर्ण हो गई। ये जो असी नारी नूं कहंदे आ अर्ध अंग, अद्धा शरीर, सिर्फ नारी ही अर्ध अंग नहीं, पुरुष भी अर्ध अंग है। दोवें अर्ध अंग ने। ये बाहरों भी अद्धे ने, ये अंदरों भी अद्धे ने। और अद्धा पूर्ण होना चाहता है, ये अद्धा संपूर्ण होना चाहता है। तदी ते पुरुष दे अंदर नारी दी खिच है और नारी दे अंदर पुरुष दी खिच है। ये कशिश, ये खिच, इस गल दा सबूत है दोवें अधूरे ने मिल के संपूर्ण होना चाहते ने, मुकम्मल होना चाहते ने। जे तन दे तल दे उत्ते ऐसी बहबलता है पूर्ण होण दी, और ये पूर्ण ढंग नाल हो सकन, सही तौर तरीके नाल हो सकन, पूर्णता सुखमई होवे, समाज ने बकायदा नियम बनाए ने जिसनों विवाह कह देंदे ने, आनंद कारज कह देंदे ने, शादी कह देंदे ने। शादी दा मतलब है इन्हां दो अधूरे शरीरां नूं संपूर्ण करना है, मुकम्मल करना है, पूर्ण करना है। अगर ऐसा है तो फिर पुरुष ते नारी मन दे तल ते भी ते अधूरे ने। अगर पुरुष मन नूं शांति ना मिली, अगर पुरुष मन नूं भावना ना मिली, अगर पुरुष मन नूं दया ना मिली, तो अंदरों अधूरा रहेगा, भावें बाहरों संपूर्ण हो जाए। पर नारी मन नूं ज्ञान ना मिलिया, नारी मन नूं संतोख ना मिलिया, तो भावें ये बाहरों ते पूर्ण होवेगी, अंदरों अपूर्ण होवेगी, अधगति च होवेगी, दुखत होवेगी, पीड़ित होवेगी। प्रभु चिंतन करन दे नाल नाल नारी दे अंदर मन दे च ये पुरुष कण पैदा हो जाते ने, ज्ञान उत्पन्न हो जाता है। ते ज्ञान नूं पुरुष आख्या गया। ज्ञान राव जब सेजे आवे तो नानक भोग करे। पर भावना ते भक्ति नारी है। जैसे धन गुरु अर्जन देव जी महाराज भी फरमान करते ने, निज भक्ति सीलवंती नार, रूप अनूप पूरी आचार। जे तन नूं नारी चाहिदी है ते जे तन नूं पुरुष चाहिदा है तो मन नूं भी नारी चाहिदी है, मन नूं भी पुरुष चाहिदा है। पुरुष मन प्रभावित होंदा है
ਭਾਵਨਾ ਤੇ, ਦਇਆ ਤੇ। ਨਾਰੀ ਮਨ ਪ੍ਰਭਾਵਿਤ ਹੁੰਦਾ ਹੈ ਗਿਆਨ ਤੇ, ਸੂਰਬੀਰਤਾ ਤੇ, ਸੰਤੋਖ ਤੇ। ये जो अंदर दी खिंच है और एक दूसरे का जो है प्रभाव कबूल करना है, ये संपूर्णता दी तलाश है और पूर्ण होना है। पूर्ण पुरख भी होई है कि जिस दे ज्ञान नू भावना मिल गई या जिस दी भावना नू ज्ञान मिल गया, वो पूर्ण नारी है, वो पूर्ण पुरुष है। नहीं तो अधूरी नारी है और अधूरा पुरुष है। साहिब श्री गुरु नानक देव जी महाराज पूर्ण पुरख ने। आप दे अंदर दैवी गुण पुरुषमयी ते सारे ने, नारीमयी भी पूर्ण दे पूर्ण ने। आप दे बोलां दे कोमलता है, मधुरता है। साहिब श्री गुरु नानक देव जी महाराज तदे ही थां थां ते इस तरह दे भी कुछ बोल बोलते ने जो नारी दे बोल ने। भगत कबीर भी ऐसा कहते ने, कियो सिंगार मिलन के ताई, हर न मिले जग जीवन गुसाई, हर मेरो पिर हूँ हर की बहुरिया, राम बड़े मैं तनक लहुरिया। कबीर ते अपने आप नू बहु पै साबित करते ने, मैं ते राम दी वोटी हाँ, मैं ते राम दी बहू हाँ, राम मेरा पति है। ऐसा क्यों? दरअसल पुरुष तन पुरुष मन ते कबीर दे कोल हैगा ही सी। प्रभु चिंतन दे नाल ਉਹ ਕਣ ਜੋ ਨਾਰੀਮਈ ਸਨ, ਸੁੱਤੇ ਪਏ ਸਨ, ਉਹ ਵੀ ਜਾਗ ਪਏ। ਔਰ ਸੰਪੂਰਨ ਮਨੁੱਖ ਉਦੋਂ ਹੀ ਆਉਂਦਾ ਹੈ ਜਦ ਕੋਈ ਮਨ ਦੇ ਤਲ ਤੇ ਸੰਪੂਰਨ ਹੋਵੇ। ਤੇ ਸੰਪੂਰਨ ਮਨ ਉਹੀ ਹੈ ਜਿਸ ਦੇ ਅੰਦਰ ਭਾਵਨਾ ਵੀ ਹੈ, ਜਿਸ ਦੇ ਅੰਦਰ ਗਿਆਨ ਵੀ ਹੈ, ਜਿਸ ਦੇ ਅੰਦਰ ਦਇਆ ਵੀ ਹੈ, ਜਿਸ ਦੇ ਅੰਦਰ ਸੰਤੋਖ ਵੀ ਹੈ। ਤੋ ਸਾਵਣ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਦਿੰਦਿਆਂ ਹੋਇਆਂ जगत गुरु बाबा साहिब श्री गुरु नानक देव जी महाराज फरमान करते ने, सावण सरस मना घण वरसे रुत आए। हे मन, सावण दा महीना आया, बदल पे वरसदे ने चारों पासे, धरती सरस गई है, मौल गई है। मैं मन तन सौ भावे फिर परदेस सिधाए। मेरे मन नू भी ज्ञान चाहिए है, मेरा मन भी प्रभावित है परमात्मा दे गुणा तो, उन्हां दी लोड़ है। पर की कीता जाए, प्रभु ते दूर ने, प्रभु दा ते कोई पता नहीं। वो ते इंज जापदा है जिवें परदेस ने। सावण दे महीने विच वो स्त्री जिसदा पति परदेस चला गया है, वो बिरहों कुठी जो बोल बोलदी है और जिस ढंग नाल उसदा हिरदा तड़पदा है, साहिब श्री गुरु नानक देव जी महाराज ने उसदा ही रूपक अलंकार बना के जगत दे सामने रखे है। मैं मन तन सह भावे फिर परदेस सिधाए, फिर घर नहीं आवे मरिए हावे, दामन चमक डराए। पति घर नहीं आ रहा, होके बिरहे दे होके, विछोड़े दे होके। जितना गहरा विछोड़ा होवे उतना ही गहरा होका होंदा है, और होका तड़पा के रख देंदा है। होका तड़पन पैदा करता है। मरिए हावे दामन चमक डराए। ये जो रात दे समय आसमान ते बिजली चमक पैंदी है, डर लगता है। अकेली सेजा ते डर लगता है। पति तो बिना ये बिजली डराउंदी है। नानक बिजलियां चमकन घुरन घटा अत कालियां। काले बदल ने, बिजलियां चमक रही ने, पर हिरदे दी सेजा ते खाली है। मिलाप नहीं, प्रभु दर्शन नहीं। तो ये तो एक व्याकुलता है, बहबलता है। लिशक याद दी जो पै जाती है, ये बिजली मानो चमक पैंदी है। कुछ असलियत दिस पैंदी है, कुछ हकीकत दिस पैंदी है, सच्चाई दिस पैंदी है। और जैसे बिजली दी लिशक एकदम अलुप्त हो जाती है, इस तरह याद, इस तरह
ਉਹ ਸਭ ਕੁਝ ਦੀ ਜੋ ਪ੍ਰਤੀਤ ਹੈ, ਜੈਸੇ ਅਲੁਪਤ ਆਉਂਦੀ ਹੈ, ਡਰ ਲੱਗਦਾ ਹੈ, ਭੈ ਲੱਗਦਾ ਹੈ। ਉਹੀ ਦ੍ਰਿਸ਼ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਿਤਰਣ ਪੈ ਕਰਦੇ ਨੇ। ਆਪ ਕਹਿੰਦੇ ਨੇ, ਦਾਮਨ ਚਮਕ ਡਰਾਏ ਸੇਜ ਅਕੇਲੀ, ਖਰੀ ਦੁਹੇਲੀ ਮਰਨ ਭਇਆ ਦੁਖ ਮਾਏ। ਹੇ ਮਾਂ, ਹੁਣ ਤੇ ਮੌਤ ਜੈਸਾ ਦੁੱਖ ਹੈ। ਹੁਣ ਤੇ ਸਰੀਰ ਬਹਿਬਲ ਹੋ ਗਿਆ ਹੈ, ਕਮਜ਼ੋਰ ਹੋ ਗਿਆ ਹੈ। ਕਿਉਂ ਕਿ ਅਨੰਤ ਕਾਲ ਤੋਂ ਸੇਜ ਅਕੇਲੀ ਹੈ, ਪ੍ਰਭੂ ਮਿਲਨ ਨਹੀਂ, ਈਸ਼ਵਰੀ ਮਿਲਨ ਨਹੀਂ। ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ। ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਦੋ ਹਾਲਤਾਂ ਵਿੱਚ ਕਹਿੰਦੇ ਨੇ ਭੁੱਖ ਮਰ ਜਾਂਦੀ ਹੈ ਔਰ ਕੁਛ ਵੀ ਚੰਗਾ ਨਹੀਂ ਲੱਗਦਾ। ਇੱਕ ਤੇ ਪਰਮ ਖੁਸ਼ੀ ਹੋਵੇ, ਪਰਮ ਖੇੜਾ ਹੋਵੇ, ਉਸ ਖੇੜੇ ਦੀ ਹਾਲਤ ਵਿੱਚ ਭੁੱਖ ਮਰ ਜਾਂਦੀ ਹੈ। ਮਨੁੱਖ ਖੁਸ਼ੀ ਨਾਲ ਹੀ ਇਤਨਾ ਭਰ ਜਾਂਦਾ ਹੈ, ਜੀਵ ਉਸ ਖੇੜੇ ਨਾਲ ਹੀ ਇਤਨਾ ਭਰ ਜਾਂਦਾ ਹੈ, ਭੁੱਖ ਮਿਟ ਜਾਂਦੀ ਹੈ, ਭੋਜਨ ਦੀ ਕਸ਼ਿਸ਼ ਨਹੀਂ ਰਹਿੰਦੀ। ਜਾਂ ਫਿਰ ਬਿਰਹੇ ਦੀ ਪੀੜਾ ਹੋਵੇ, तो बिरहे दी पीड़ा इतना बेचैन कर देंदी है, इतना व्याकुल कर देंदी है, भुख मर जाती है। ये दोवें हालतां असी देखते हैं। घर दे इकलौते बच्चे दी शादी होवे और तरह तरह के पकवान बन रहे होवन, सब स्त्री पुरुष छक रहे ने, पर बच्चे दी मां खुश है, प्रसन्न है, इधर जा रही है, उधर जा रही है। सहेलियां बांह पकड़दियां ने, भैन तू भी खा, आ बैठ। पर कहंदी ठहर, मैनू अजे भुख नहीं, मैं अजे नहीं खावना। क्यों? खुशी नाल भर गई, खेड़े नाल भर गई। भावें तरह तरह के पकवान पए ने, पर खुशी ने इतना आनंदित कर दिता है, हुण भोजन मध्यम हो गया है, दूजे नंबर ते हो गए। या फिर बिरहा होवे तो बिरहे दे च भी अन्न पानी लैण नूं जी नहीं करदा। सो ओही दृश्य मेरे पातशाह सामने रखते ने। हर बिन नींद भूख कहो कैसी, कापड़ तन ना सुखावे। हुण चंगे कपड़े पाना भी चंगा नहीं लगता, भुख नहीं लगती, प्यास नहीं लगती। परमात्मा तो बिना भुख ते प्यास किथे। बिरहा विछोड़ा भुख ते प्यास नूं मार देंदा है। यही कारण है बिरहा बैरूनी होवे या अंदरूनी होवे, या बाहरों विछोड़ा होवे या अंदरों परमात्मा दा विछोड़ा होवे। ये जो विछोड़ा है, ये जो बिरहा है, ये भुख नूं मार देंदा है, प्यास नूं मार देंदा है, और मनुख दा कुछ खाण पीण नूं जी नहीं करदा, और पहनण नूं कोई चंगे वस्त्र पहन लईए, ये भी अंदर उमंग ते तरंग नहीं रहिंदी। साहिब श्री गुरु नानक देव जी महाराज सावण दे महीने दा फिर इंज आखिरी उपदेश करते ने। नानक सा सुहागण कंती, पिर कै अंक समावे। सावण दे महीने विच वास्तविक ओही सुहागणी है जो कंत वाली है, जिदे अंक प्रभु आण मिले ने, जिदे हिरदे दी सेजा दे प्रभु आण बैठे ने। बरखा होंदी होंदी सिमरन चल पिया, और सिमरन चलदियां चलदियां प्रभु मिलाप हो गया। तो जिवें सावण दे महीने विच धरती सरस गई है, हरी भरी हो गई है, इस तरह ही जीव रूपी इस्त्री दा हिरदा हरा भरा हो जाता है, और उहदे माने मन नूं सावण आया है, खूब वरसे है, खूब वरसे है।